My loving students, in this lecture we shall discuss conjunction. First of all, what is conjunction? Conjunction is that which joins together words, phrases or sentences. ਕੰਜੰਕਸ਼ਨ ਨੂੰ ਅਸੀਂ ਕਹਿੰਦੇ ਹਾਂ ਯੋਜਕ। ਯੋਜਕ ਮਤਲਬ ਮਿਲਾਉਣ ਵਾਲਾ, ਕਿਹਨਾਂ ਨੂੰ? ਟੂ ਵਰਡਸ, ਫਰੇਜ਼ਿਸ, ਫਰੇਜ਼ ਤੋਂ ਭਾਵ ਹੁੰਦਾ ਵਾਕੰਸ਼ ਜਾਨੀ ਵਾਕ ਦਾ ਟੁਕੜਾ, ਔਰ ਸੈਂਟੈਂਸ ਜਾਂ ਸੈਂਟੈਂਸ ਨੂੰ ਦੂਜੇ ਸੈਂਟੈਂਸ ਨਾਲ ਮਿਲਾਉਣ ਲਈ ਜਿਸ ਸ਼ਬਦ ਦੀ ਅਸੀਂ ਜਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਦੈਟ ਇਜ਼ ਕਾਲਡ ਕੰਜੰਕਸ਼ਨ। ਤੋ ਕੰਜੰਕਸ਼ਨਸ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। ਵਨ ਵਰਡ ਕੰਜੰਕਸ਼ਨਸ ਜਾਨੀ ਇੱਕੋ ਸ਼ਬਦ ਵਾਲੇ ਕੰਜੰਕਸ਼ਨਸ, ਜਿਸ ਤਰ੍ਹਾਂ ਐਂਡ, ਬਟ, ਯੈਟ, ਦੈਟ, ਇਫ, ਵੈਦਰ, ਵੈਨ, ਲੈਸਟ, ਬਿਕੋਜ਼, ਫॉर, ਐਟਸੈਟਰਾ। ਇੱਦਾਂ ਕਿਸਮ ਦੇ ਹੈਗੇ ਨੇ। ਤਾਂ ਇਹ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਦ ਅਸੀਂ ਦੋ ਸ਼ਬਦ, ਜਿਵੇਂ ਅਸੀਂ ਇਹੀ ਕਹਿਣਾ ਹੋਵੇ ਕਿ ਹੀ ਐਂਡ ਹਿਜ਼ ਫਰੈਂਡ, ਇੱਦਾਂ, ਜਾਂ ਦੋ ਵਾਕ ਇਸ ਤਰ੍ਹਾਂ ਨੇ ਕਿ ਹੀ ਵਰਕਡ ਹਾਰਡ ਐਂਡ ਹੀ ਪਾਸਡ, ਇਹਨਾਂ ਨੂੰ ਮਿਲਾਉਣਾ ਹੋਵੇ ਅਸੀਂ ਐਂਡ ਨਾਲ ਮਿਲਾਤਾ, ਹੀ ਵਰਕਡ ਹਾਰਡ ਐਂਡ ਹੀ ਪਾਸਡ। ਜੇ ਅਲੱਗ-ਅਲੱਗ ਹੋਣ, ਹੀ ਵਰਕਡ ਹਾਰਡ ਫੁੱਲ ਸਟਾਪ, ਹੀ ਪਾਸਡ, ਤੋਂ ਐਂਡ ਨਾਲ ਇਹ ਮਿਲ ਜਾਣਗੇ। ਜਾਣੀ ਇਸ ਤਰ੍ਹਾਂ ਬਟ, ਜੇ ਹੁਣ ਉਲਟ ਗੱਲ ਕਹੀਏ, ਇੱਕ ਦੇ ਉਲਟ ਦੂਜੀ ਗੱਲ ਕਹੀਏ ਕਿ ਹੀ ਵਰਕਡ ਹਾਰਡ, ਹੀ ਡਿਡ ਨੋਟ ਪਾਸ, ਫਿਰ ਅਸੀਂ ਕਹਾਂਗੇ ਹੀ ਵਰਕਡ ਹਾਰਡ ਬਟ ਹੀ ਡਿਡ ਨੋਟ ਪਾਸ। ਇੱਦਾਂ ਅਸੀਂ ਫਿਰ ਕਹਿ ਦਿਆਂਗੇ। ਇਸ ਤਰ੍ਹਾਂ ਯੈਟ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਦੈਟ ਹੈ ਸਾਡਾ, ਦੈਟ ਨਾਲ ਅਸੀਂ ਜੋੜਦੇ ਹਾਂ ਆਮ ਤੌਰ 'ਤੇ ਬਹੁਤ ਸਾਰੇ ਜਿਹੜੇ ਸਾਡੇ ਸੈਂਟੈਂਸਿਸ ਆਉਣਗੇ ਚੇਂਜ ਆਫ ਨਰੇਸ਼ਨ ਦੇ ਵਿੱਚ, ਸਿੰਪਲ ਕਿਸਮ ਦੇ, ਉਹ ਸਾਰੇ ਅਸੀਂ ਦੈਟ ਨਾਲ ਹੀ ਜੋੜਾਂਗੇ। ਹੀ ਸੈਡ ਦੈਟ ਹੀ ਵਾਜ਼ ਸਪੀਕਿੰਗ ਦਾ ਟਰੂਥ, ਜਾਨੀ ਦੋ ਸੈਂਟੈਂਸਿਸ ਹੋ ਗਏ। ਹੀ ਸੈਡ he was speaking the truth, he said that he was speaking the truth, so I told him that it was a true story, ਜਾਨੀ ਦੈਟ ਨਾਲ ਇੱਦਾਂ ਜੋੜਦੇ ਹਾਂ। ਫਿਰ ਇਸ ਤਰ੍ਹਾਂ ਇਫ ਨਾਲ ਅਸੀਂ ਸੈਂਟੈਂਸਿਸ ਜੋੜਦੇ ਹਾਂ ਜਿਹੜੇ ਸਾਡੇ ਚੇਂਜ ਆਫ ਨਰੇਸ਼ਨ ਦੇ ਵਿੱਚ ਇੰਟੈਰੋਗੇਟਿਵ ਸੈਂਟੈਂਸਿਸ ਆਉਣਗੇ, ਹੈਲਪਿੰਗ ਵਰਬਸ ਵਾਲੇ, ਉਹ ਸਾਰੇ ਇਫ ਨਾਲ ਜਾਂ ਵੈਦਰ ਨਾਲ ਅਸੀਂ ਜੋੜਾਂਗੇ। ਅਸੀਂ ਇਹ ਦੇਖਾਂਗੇ ਕੁਝ ਅਸੀਂ ਵੈਨ ਨਾਲ ਵੀ ਸੈਂਟੈਂਸਿਸ ਜੋੜਦੇ ਹਾਂ। ਵੈਨ, ਕਿ ਵੈਨ ਆਈ ਮੈਟ ਹਿਮ, ਤੋ ਹੀ ਵਾਜ਼ ਇਨ ਏ ਜੋਲੀ ਮੂਡ। ਵੈਨ ਆਈ ਮੈਟ ਹਿਮ, ਜਦ ਉਸ ਨੂੰ ਮਿਲਿਆ, ਹੀ ਵਾਜ਼ ਇਨ ਏ ਜੋਲੀ ਮੂਡ, ਜਾਨੀ ਵੈਨ ਨਾਲ ਦੋਨੋਂ ਸੈਂਟੈਂਸ ਜਿਹੜੇ ਸੀਗੇ ਕਨੈਕਟ ਹੋ ਗਏ। ਜਾਂ ਅਸੀਂ ਇਹਨੂੰ ਵੈਨ ਵਿਚਕਾਰ ਵੀ ਲੱਗ ਸਕਦਾ ਹੁੰਦਾ ਗਾ। ਆਈ ਵੈਂਟ ਦੇਅਰ ਵੈਨ ਹੀ ਕਾਲਡ ਮੀ, ਇੱਦਾਂ ਵੀ ਅਸੀਂ ਲਾ ਸਕਦੇ ਹਾਂ। ਇਸ ਤਰ੍ਹਾਂ ਲੈਸਟ ਹੈ, ਲੈਸਟ ਦਾ ਮੀਨਿੰਗ ਹੁੰਦਾ ਅਜਿਹਾ ਨਾ ਹੋਵੇ ਕਿ। ਤੋ ਲੈਸਟ ਨਾਲ ਇੱਕ ਗੱਲ ਯਾਦ ਰੱਖਣ ਵਾਲੀ ਹੈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਲੈਸਟ ਨਾਲ ਹਮੇਸ਼ਾ ਸ਼ੁੱਡ ਦੀ ਵਰਤੋਂ ਹੁੰਦੀ ਹੈ। ਵਰਕ ਹਾਰਡ ਲੈਸਟ ਯੂ ਸ਼ੁੱਡ ਫੇਲ, ਨੋਟ ਨਹੀਂ ਲੱਗਦਾ ਇਹਦੇ ਨਾਲ, ਧਿਆਨ ਰੱਖਣਾ। ਵਰਕ ਹਾਰਡ ਲੈਸਟ ਯੂ ਸ਼ੁੱਡ ਫੇਲ। ਵਾਕ ਕੇਅਰਫੁਲੀ ਲੈਸਟ ਯੂ ਸ਼ੁੱਡ ਸਟੰਬਲ, ਧਿਆਨ ਨਾਲ ਤੁਰੋ। ਵਾਕ ਕੇਅਰਫੁਲੀ ਲੈਸਟ ਅਜਿਹਾ ਨਾ ਹੋਵੇ ਕਿ ਯੂ ਸ਼ੁੱਡ ਸਟੰਬਲ, ਤੁਹਾਨੂੰ ਠੋਕਰ ਲੱਗ ਜਾਵੇ, ਤੁਸੀਂ ਡਿੱਗ ਪਵੋ, ਲਾਈਕ ਦੈਟ। ਇਸੇ ਤਰ੍ਹਾਂ ਸਾਡੇ ਕੋਲ ਹੈ ਲੈਸਟ ਆ ਗਿਆ, ਬਿਕੋਜ਼ ਹੈ, ਹੀ ਫੇਲਡ ਬਿਕੋਜ਼ ਹੀ ਡਿਡ ਨੋਟ ਵਰਕ ਹਾਰਡ, ਕਿਉਂਕਿ। ਫਿਰ ਇਸ ਤਰ੍ਹਾਂ ਫੋਰ ਹੈ, ਤੋ ਫੋਰ ਦੀ ਵਰਤੋਂ ਵੀ ਜਿਵੇਂ ਬਿਕੋਜ਼ ਦੀ ਕਰਦੇ ਹਾਂ ਉਸ ਰੂਪ ਦੇ ਵਿੱਚ ਪ੍ਰੈਪੋਜੀਸ਼ਨ ਨੂੰ ਛੱਡ ਕੇ ਕੰਜੰਕਸ਼ਨ ਦੇ ਤੌਰ 'ਤੇ ਅਸੀਂ ਗੱਲ ਕਰ ਰਹੇ ਹਾਂਗੇ ਕਿ ਇਹਦੇ 'ਚ ਵੀ ਅਸੀਂ ਫੋਰ ਦੀ ਇਸ ਤਰ੍ਹਾਂ ਵਰਤੋਂ ਕਰਦੇ ਹਾਂ। ਤੋ ਆਈ ਹੈਲਪਡ ਹਿਮ ਫੋਰ ਹੀ ਵਾਜ਼ ਮਾਈ ਫਰੈਂਡ, ਲਾਈਕ ਦੈਟ। ਫਿਰ ਸਾਡੇ ਕੋਲ ਕੰਪਾਊਂਡ ਕੰਜੰਕਸ਼ਨ ਨੇ। ਕੰਪਾਊਂਡ ਕੰਜੰਕਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਤੋਂ ਵੱਧ ਸ਼ਬਦ ਹੁੰਦੇ ਨੇ, ਜਿਵੇਂ ਇਨ ਆਰਡਰ ਦੈਟ, ਆਈ ਕਾਲਡ ਹਿਮ ਇਨ ਆਰਡਰ ਦੈਟ ਹੀ ਮੇ ਹੈਲਪ ਮੀ, ਜਾਂ ਹੀ ਮਾਈਟ ਹੈਲਪ ਮੀ। तो इस तरह ईवन इफ है, ईवन इफ ही डज नॉट कम आई विल वेट फॉर हिम, सो दैट, ताकि, एज इफ, एज दो,
ਐਜ਼ ਇਫ ਤੇ ਐਜ਼ ਦੋ ਦਾ ਭਾਵ ਹੁੰਦਾ ਜਿਵੇਂ ਕਿ ਅਸੀਂ ਕਹੀਏ ਕਿ ਉਹ ਇੰਜ ਤੁਰਦਾ ਹੈ ਜਿਵੇਂ ਕਿ ਲੰਗੜਾ ਹੋਵੇ। ਹੀ ਵਾਕਸ ਐਜ਼ ਇਫ ਹੀ ਵਰ ਲੇਮ। ਇਹ ਵੀ ਧਿਆਨ ਰੱਖਣ ਵਾਲੀ ਗੱਲ ਆ ਕਿ ਜਦ ਪਹਿਲਾ ਹਿੱਸਾ ਜਿਹੜਾ ਹੈ ਜਿਹਨੂੰ ਅਸੀਂ ਪ੍ਰਿੰਸੀਪਲ ਕਲੌਜ਼ ਕਹਿੰਦੇ ਆ ਤਾਂ ਉਹ ਪ੍ਰੈਜ਼ੈਂਟ ਦੇ ਵਿੱਚ ਹੋਵੇ ਤੇ ਦੂਜੇ ਹਿੱਸੇ 'ਚ ਅਸੀਂ ਲਾਉਂਦੇ ਆ ਵਰ। ਹੀ ਵਾਕਸ ਐਜ਼ ਇਫ ਹੀ ਵਰ ਲੇਮ। ਭਾਵੇਂ ਐਜ਼ ਇਫ ਦੀ ਬਜਾਏ ਐਜ਼ ਦੋ ਲਾ ਲਈਏ, ਦੋਨਾਂ ਦਾ ਮੀਨਿੰਗ ਇੱਕੋ ਹੀ ਹੈਗਾ ਗਾ। ਜੇ ਇਹੀ ਪਾਸਟ ਦੇ ਵਿੱਚ ਹੁੰਦਾ ਹੀ ਵਾਕਡ ਹੁੰਦਾ ਗਾ ਤਾਂ ਹੀ ਵਾਕਡ ਦੇ ਨਾਲ ਅਸੀਂ ਲਾਉਂਦੇ ਕਿ ਹੀ ਵਾਕਡ ਐਜ਼ ਦੋ ਹੀ ਹੈਡ ਬਿਨ ਲੇਮ। ਜਾਂ ਆਪਾਂ ਕਹੀਏ ਕਿ ਹੀ ਸਪੀਕਸ ਐਜ਼ ਇਫ ਹੀ ਵਰ ਇਲ। ਉਹ ਇੰਜ ਬੋਲਦਾ ਹੈ ਜਿਵੇਂ ਕਿ ਬਿਮਾਰ ਹੋਵੇ। ਜੇ ਪਾਸਟ ਦੇ ਵਿੱਚ ਹੋਵੇ ਤਾਂ ਹੀ ਸਪੋਕ ਐਜ਼ ਇਫ, ਭਾਵੇਂ ਐਜ਼ ਦੋ ਲਾ ਲਈ ਇੱਕੋ ਗੱਲ ਹੀ ਹੈ, ਐਜ਼ ਇਫ ਜਾਂ ਐਜ਼ ਦੋ ਹੀ ਹੈਡ ਬਿਨ ਇਲ। ਫਿਰ ਅਸੀਂ ਇੱਦਾਂ ਇਹਦੀ ਵਰਤੋਂ ਕਰਾਂਗੇ। ਫਿਰ ਆਈਦਰ ਨਾਲ ਅਸੀਂ ਔਰ ਲਾਉਂਦੇ ਹਾਂ ਕਿ ਜਾਂ ਉਹ ਜਾਂ ਦੂਸਰਾ ਕੋਈ ਵੀ, ਆਈਦਰ ਹੀ ਔਰ ਹਿਜ਼ ਫਰੈਂਡ ਵਾਜ਼ ਪ੍ਰੈਜ਼ੈਂਟ ਦੇਅਰ, ਕੁਛ ਵੀ ਕਹੀਏ। ਇਸ ਤਰ੍ਹਾਂ ਨਾਈਦਰ ਨੌਰ ਕਿ ਨਾ ਉਹ ਨਾ ਉਹ, ਇਹ ਪੇਅਰਸ ਦੇ ਰੂਪ ਦੇ ਵਿੱਚ ਆਉਂਦੇ ਨੇ। ਫਿਰ ਐਜ਼ ਵੈਲ ਐਜ਼ ਹੈ ਤਾਂ ਐਜ਼ ਵੈਲ ਐਜ਼ ਜਿਹੜਾ ਹੈਗਾ ਗਾ ਇਹ ਵੀ ਉਸ ਤਰ੍ਹਾਂ ਹੁੰਦਾ ਕਿ ਉਹ ਵੀ ਤੇ ਉਹ ਵੀ, ਇਸ ਰੂਪ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਦੇ ਹਾਂ। ਨਟ ਓਨਲੀ ਬਟ ਆਲਸੋ, ਨਟ ਓਨਲੀ ਨਾ ਕੇਵਲ ਉਹ ਪਰ ਉਸਦਾ ਮਿੱਤਰ ਵੀ, ਨਟ ਓਨਲੀ ਹੀ ਬਟ ਆਲਸੋ ਹਿਜ਼ ਫਰੈਂਡ। ਜੋ ਵੀ ਅਸੀਂ ਕਹਿਣਾ ਹੋਵੇ ਤਾਂ ਆਈ ਗੇਵ ਹਿਮ ਨੋਟ ਓਨਲੀ ਬੁੱਕਸ ਬਟ ਸਮ ਮਨੀ ਆਲਸੋ। ਭਾਵ ਕਿ ਨਾ ਕੇਵਲ ਕਿਤਾਬਾਂ ਦਿੱਤੀਆਂ ਸਗੋਂ ਕੁਝ ਧਨ ਵੀ ਦਿੱਤਾ। ਅਸੀਂ ਇੱਦਾਂ ਇਹਦੀ ਵਰਤੋਂ ਕਰਦੇ ਹਾਂ। ਫਿਰ ਆਲ ਦੋ ਤੇ ਦੋ ਨਾਲ ਅਸੀਂ ਯੈਟ ਦੀ ਵਰਤੋਂ ਕਰ ਲੈਂਦੇ ਹਾਂ, ਲੇਕਿਨ ਅੱਜ ਕੱਲ੍ਹ ਯੈਟ ਦੀ ਵਰਤੋਂ ਜਿਹੜੀ ਹੈਗੀ ਹੈ ਬਹੁਤ ਘੱਟ ਕੀਤੀ ਜਾਂਦੀ ਹੈ। ਸਿਰਫ ਇੱਕੋ ਹੀ ਲੱਗਦਾ, ਆਲ ਦੋ ਲਾਈਏ ਜਾਂ ਦੋ ਲਾਈਏ ਭਾਵੇਂ, ਯੈਟ ਦੀ ਲੋੜ ਨਹੀਂ ਪੈਂਦੀ। ਹੁਣ ਇਸ ਦੀ ਵਰਤੋਂ ਬਹੁਤ ਘੱਟ ਇਸ ਤਰ੍ਹਾਂ ਹੁੰਦੀ ਹੈ ਆਲ ਦੋ ਤੇ ਯੈਟ ਨਾਲ, ਇਕੱਲਾ ਯੈਟ ਲੱਗ ਜਾਂਦਾ ਉਸੇ ਸੈਂਸ ਦੇ ਵਿੱਚ। ਫਿਰ ਇੱਕ ਚੀਜ਼ ਹੋਰ ਆ ਕਿ ਨੈਵਰ ਯੂਜ਼ ਏ ਨੈਗੇਟਿਵ ਆਫਟਰ ਅਨਲੈਸ ਅੰਟਿਲ ਟਿਲ। ਇਹਨਾਂ ਤੋਂ ਬਾਅਦ ਅਸੀਂ ਕਦੇ ਵੀ ਨੈਗੇਟਿਵ ਦੀ ਵਰਤੋਂ ਨਹੀਂ ਕਰਨੀ। ਅਨਲੈਸ ਤੋਂ ਬਾਅਦ, ਅੰਟਿਲ ਤੋਂ ਬਾਅਦ, ਟਿਲ ਤੋਂ ਬਾਅਦ। ਅਸੀਂ ਦੇਖਿਆ ਨਾ ਅਨਲੈਸ ਕਿ ਅਨਲੈਸ ਯੂ ਵਰਕ ਹਾਰਡ, ਇਹ ਨਹੀਂ ਕਹਿਣਾ ਕਿ ਅਨਲੈਸ ਯੂ ਡੂ ਨਾਟ ਵਰਕ ਹਾਰਡ। ਅਨਲੈਸ ਯੂ ਵਰਕ ਹਾਰਡ ਯੂ ਵੋਂਟ ਪਾਸ, ਇਸ ਸੈਂਸ ਦੇ ਵਿੱਚ ਹੈ। ਜਾਂ ਅੰਟਿਲ ਆਪਾਂ ਕਹੀਏ ਆਈ ਵਿਲ ਵੇਟ ਅੰਟਿਲ ਹੀ ਕਮਜ਼, ਅੰਟਿਲ ਹੀ ਡਜ਼ ਨਾਟ ਕਮ ਨਹੀਂ ਕਹਿਣਾ। ਇਸ ਤਰ੍ਹਾਂ ਟਿਲ ਦਾ ਵੀ ਮੀਨਿੰਗ ਇਹੀ ਹੁੰਦਾ ਹੈ। ਫਿਰ ਡਬਲ ਨੈਗੇਟਿਵਸ ਨਾਟ ਯੂਜ਼ਡ। ਕਿਵੇਂ ਕਿ ਅਸੀਂ ਨਾਲੇ ਬੋਥ ਲਾ ਦਈਏ ਨਾਲੇ ਐਜ਼ ਵੈਲ ਐਜ਼ ਲਾ ਦਈਏ, ਇੱਦਾਂ ਨਹੀਂ ਲੱਗਦਾ। ਯਾਨੀ ਡਬਲ ਨੈਗੇਟਿਵਸ ਅਸੀਂ ਨਹੀਂ ਲਾਉਣੇ ਹੁੰਦੇ। ਕਈ ਵਾਰ ਇੱਦਾਂ ਹੁੰਦਾ ਕਿ ਐਂ ਲਾਤਾ ਕਿ ਬੋਥ ਹੀ ਐਜ਼ ਵੈਲ ਐਜ਼ ਹਿਜ਼ ਫਰੈਂਡ, ਇਹ ਗਲਤ ਹੋਊਗਾ। ਬੋਥ ਹੀ ਐਂਡ ਹਿਜ਼ ਫਰੈਂਡ, ਇਹ ਧਿਆਨ ਰੱਖਣਾ ਇੱਕ ਤਾਂ ਕਿ ਬੋਥ ਹੀ ਐਂਡ ਹਿਜ਼ ਫਰੈਂਡ, ਔਰ ਇਹ ਪਲੂਰਲ ਹੋ ਜਾਏਗਾ ਵਰ ਪ੍ਰੈਜੈਂਟ। ਜੇ ਆਪਾਂ ਐਜ਼ ਵੈਲ ਐਜ਼ ਲਾਉਂਦੇ ਹਾਂ ਫਿਰ ਆਪਾਂ ਇਹ ਲਾਵਾਂਗੇ ਕਿ ਹੀ ਐਜ਼ ਵੈਲ ਐਜ਼ ਹਿਜ਼ ਫਰੈਂਡ ਵਾਜ਼ ਪ੍ਰੈਜੈਂਟ। ਫਿਰ ਅਸੀਂ ਹੀ ਦੇ ਮੁਤਾਬਕ, ਜਾਣੀ ਜਿਹੜਾ ਪਹਿਲਾਂ ਆਇਆ ਹੋਇਆ ਵਰਡ ਹੈ, ਸਬਜੈਕਟ ਹੈ, ਉਹਦੇ ਮੁਤਾਬਕ ਅਸੀਂ ਆਪਣੀ ਵਰਬ ਜਿਹੜੀ ਹੈ ਲਾਉਣੀ ਹੈ। ਇੱਦਾਂ ਕਦੇ ਨਹੀਂ ਕਰਨਾ ਕਿ ਕਦੇ ਅਸੀਂ ਬੋਥ ਵੀ ਲਾ ਦਈਏ ਅਤੇ ਨਾਲ ਐਜ਼ ਵੈਲ ਐਜ਼ ਵੀ ਲਾ ਦਈਏ। ਦਿਸ ਇਜ਼ ਨਾਟ ਟੂ ਬੀ ਡਨ। ਫਿਰ ਸਪੋਜ਼ਿੰਗ ਔਰ ਇਫ, ਇਹ ਅਸੀਂ ਕਦੇ ਵੀ ਇਕੱਠੇ ਦੋਨੋਂ ਹੀ ਨਹੀਂ ਲਾਉਣੇ ਕਿਉਂਕਿ ਦੋਨੋਂ ਦਾ ਇੱਕੋ ਮੀਨਿੰਗ ਹੈ। ਅਸੀਂ ਕਹੀਏ ਕਿ ਸਪੋਜ਼ਿੰਗ ਇਫ ਹੀ ਡਜ਼ ਨਾਟ ਕਮ ਤਾਂ ਗਲਤ ਹੋ ਗਿਆ। ਅਸੀਂ ਕਹਾਂਗੇ ਸਪੋਜ਼ਿੰਗ ਹੀ ਡਜ਼ ਨਾਟ ਕਮ ਜਾਂ ਇਫ ਹੀ ਡਜ਼ ਨਾਟ ਕਮ ਵਟ ਵਿਲ ਯੂ ਡੂ। ਹੁਣ ਇਹਦੇ 'ਚ ਨਾਲ ਗੱਲ ਇਹ ਵੀ ਹੈ, ਨੈਕਸਟ ਮੈਂ ਲਿਖੀ ਹੋਈ ਆ ਕਿ ਵੀ ਅਵੋਇਡ ਇਫ ਪਲੱਸ ਦੈਨ। ਜੇ ਇਫ ਲਾ ਲਿਆ ਅਤੇ ਫਿਰ ਅਸੀਂ ਉਹਦੇ ਨਾਲ ਅੱਗੇ ਦੈਨ ਨਾ ਲਾਈਏ, ਵੈਨ ਲਾ ਲਿਆ ਫਿਰ ਵੀ ਦੈਨ ਲਾਉਣ ਦੀ ਲੋੜ ਨਹੀਂ ਹੈਗੀ। ਜਿਵੇਂ ਮੈਂ ਇਹੀ ਸੈਂਟੈਂਸ ਬੋਲਿਆ ਸੀ ਕਿ ਇਫ ਹੀ ਡਜ਼ ਨਾਟ ਕਮ ਵਟ ਵਿਲ ਯੂ ਡੂ, ਇੱਦਾਂ ਨਹੀਂ ਕਹਿਣਾ ਕਿ ਦੈਨ ਵਟ ਵਿਲ ਯੂ ਡੂ। ਜਾਂ ਆਪਾਂ ਮੰਨ ਲਓ ਕਹਿੰਦੇ ਹਾਂ ਕਿ ਵੈਨ ਆਈ ਗੋ ਟੂ ਦਿੱਲੀ I shall meet my friend, ਇਹ ਨਹੀਂ ਕਹਿਣਾ ਕਿ when I go to Delhi then I
ਸ਼ੈਲ ਮੀਟ ਮਾਈ ਫਰੈਂਡ, ਕਿ ਜਦ ਮੈਂ ਦਿੱਲੀ ਜਾਵਾਂਗਾ ਤਾਂ ਮੈਂ, ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ ਕਿ ਜਦ ਮੈਂ ਦਿੱਲੀ ਜਾਵਾਂਗਾ ਤਾਂ ਮੈਂ ਆਪਣੇ ਮਿੱਤਰ ਨੂੰ ਮਿਲਾਂਗਾ। ਲੇਕਿਨ ਇੰਗਲਿਸ਼ ਦੇ ਵਿੱਚ ਅਸੀਂ ਉਹਦੇ ਨਾਲ ਇੱਦਾਂ ਦੈਨ ਨਹੀਂ ਲਾਉਣਾ। ਅਸੀਂ ਇਹ ਕਹਾਂਗੇ ਕਿ ਵੈਨ ਆਈ ਗੋ ਟੂ ਦਿੱਲੀ ਆਈ ਸ਼ੈਲ ਮੀਟ ਮਾਈ ਫਰੈਂਡ, ਦੈਨ ਨਹੀਂ ਲਾਉਣਾ ਹੁੰਦਾ। ਇਸ ਤਰ੍ਹਾਂ ਸਪੋਜ਼ਿੰਗ ਜਾਂ ਇਫ ਅਸੀਂ ਇਹਨਾਂ 'ਚੋਂ ਇੱਕ ਲਾਵਾਂਗੇ, ਫਿਰ ਇਹਨਾਂ ਦੇ ਨਾਲ ਵੀ ਦੈਨ ਵਗੈਰਾ ਦੀ ਵਰਤੋਂ ਜਿਹੜੀ ਹੈ ਨਹੀਂ ਲਾਉਣੀ, ਇੱਕੋ ਹੀ ਲਾਵਾਂਗੇ। ਤੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਦ ਅਸੀਂ ਕੰਜੰਕਸ਼ਨ ਦੀ ਵਰਤੋਂ ਕਰਨੀ ਹੈ, ਯੋਜਕ ਦੀ ਵਰਤੋਂ ਕਰਨੀ ਹੈ, ਕਿ ਵੀ ਧਿਆਨ ਨਾਲ ਅਸੀਂ ਲਾਈਏ। ਥੈਂਕ ਯੂ ਵੈਰੀ ਮੱਚ ਐਂਡ ਫॉर ਟੁਡੇ।